ਹਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼ ਅੰਤੋਜ ਕਹਿਚੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗੁਣਚੈ। ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਹਿਨਸ਼ਾਹੇ ਖੂਬੀ ਦੇਹੋ ਰਹਿਮ ਨਮੰ, ਕੇ ਬੇਗੁਨੋ ਬੇਚੂਚੂ ਬੇਨੁਮੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਗੁਰੂ ਖਾਲਸਾ ਸਾਧ ਸੰਗਤ ਜੀ। ਗੁਰਪੂਰਾ ਭੇਟਿਓ ਵਡ ਭਾਗੀ, ਮਨਹਿ ਭਇਆ ਪ੍ਰਗਾਸਾ। ਕੋਇ ਨ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ। ਘਰ ਆਨੰਦ ਹਮਾਰੈ। ਗੁਰੂ ਕੇ ਖਾਲਸੇ ਨੂੰ ਮਹਾਰਾਜ ਨੇ ਬੜੀਆਂ ਹੀ ਬਖਸ਼ਿਸ਼ਾਂ ਰਹਿਮਤਾਂ ਨਾਲ ਨਿਵਾਜਿਆ, ਜੋ ਗੁਰੂ ਕੀ ਬਾਣੀ ਦਾ ਖਜ਼ਾਨਾ ਦਿੱਤਾ ਹੈ। ਔਰ ਸਾਧ ਸੰਗਤ ਜੀ, ਗੁਰੂ ਕੀ ਬਾਣੀ ਹੀ ਗੁਰੂ ਦਾ ਅਸਲੀ ਰੂਪ ਹੈ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਬਾਣੀ ਵਿੱਚ ਤੁਹਾਨੂੰ ਗੁਰੂ ਦੇ ਦਰਸ਼ਨ ਹੁੰਦੇ ਹੈ, ਗੁਰੂ ਦੀ ਝਲਕ ਪੈਂਦੀ ਹੈ, ਗੁਰੂ ਦੇ ਸਿਧਾਂਤ ਦਾ ਪਤਾ ਲੱਗਦਾ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਸ੍ਰੀ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਇਸ ਅਸਥਾਨ 'ਤੇ ਪ੍ਰਵਾਹ ਚੱਲ ਰਹੇ ਨੇ। ਗੁਰਬਾਣੀ ਦੀ ਕਥਾ ਵੀ ਹੁੰਦੀ ਹੈ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ, ਅਤੇ ਦਸਮ ਦੀ ਬਾਣੀ ਜੋ ਜਫਰਨਾਮਾ ਹੈ, ਇਹਦੀ ਵਿਚਾਰ ਵੀ ਸੰਗਤਾਂ ਸਰਵਣ ਕਰ ਰਹੀਆਂ। ਸ੍ਰੀ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਜੋ ਜਫਰਨਾਮਾ ਔਰੰਗਜ਼ੇਬ ਨੂੰ ਦੀਨੇ ਕਾਂਗੜ ਤੋਂ ਲਿਖਿਆ, ਚੌਧਰੀ ਸ਼ਮੀਰ ਨੇ ਉਹਨਾਂ ਦਿਨਾਂ 'ਚ ਬੜੀ ਸੇਵਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਛਕਾਉਂਦਾ ਸੀ, ਟਹਿਲ ਸੇਵਾ ਕਰਦਾ ਸੀ, ਔਰ ਸਤਿਗੁਰਾਂ ਨੂੰ ਕਹਿੰਦਾ ਰਹਿੰਦਾ ਸੀ, ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਨੂੰ ਨਿਵਾਜੋ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ। ਇੱਕ ਦਿਨ ਇੱਕ ਸਿੱਖ ਮਹਾਰਾਜ ਕੋਲ ਇੱਕ ਚੋਲਾ ਅਤੇ ਇੱਕ ਕਟਾਰ ਲੈ ਕੇ ਹਾਜ਼ਰ ਹੋਇਆ। ਕਟਾਰ ਬੜੀ ਸੁੰਦਰ ਬਣੀ ਹੋਈ ਸੀ, ਸਰਬਲੋਹ ਦੀ ਫੁਲਾਦੀ ਕਟਾਰ, ਅਤੇ ਨਾਲ ਚੋਲਾ। ਸਤਿਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੋਲਾ ਅਤੇ ਕਟਾਰ
ਭਾਈ ਸਮੀਰ ਨੂੰ ਦੇ ਕੇ ਆਖਿਆ, ਇਹ ਚੋਲਾ ਪਹਿਨ ਲੈ, ਕਮਰ ਕਸੇ 'ਚ ਕਟਾਰ ਸਜਾ ਲੈ, ਘੋੜੇ ਤੇ ਚੜ੍ਹ ਕੇ ਜਿੰਨਾ ਇਲਾਕਾ ਸ਼ਾਮ ਤਾਈਂ ਫਿਰ ਆਏਗਾ ਉਹ ਤੇਰਾ ਰਾਜ ਹੋ ਜਾਏਗਾ। ਤੂੰ ਰੋਜ਼ ਕਹਿੰਦਾ ਮੇਰੇ ਤੇ ਬਖਸ਼ਿਸ਼ ਕਰੋ, ਲੈ ਅੱਜ ਬਖਸ਼ਿਸ਼ ਕਰਦੇ। ਤੂੰ ਸੇਵਾ ਬੜੀ ਕਰਦਾ ਪ੍ਰੇਮ ਨਾਲ, ਅਸੀਂ ਤੈਨੂੰ ਵੱਡਾ ਰਾਜ ਦੇਣਾ ਚਾਹੁੰਦੇ ਹਾਂ। ਸ਼ਾਮ ਤਾਈਂ ਜਿੰਨੇ ਕੁ ਦੂਰ, ਜਿੰਨੇ ਮੀਲ, ਜਿੰਨੀ ਦੂਰ ਘੋੜਾ ਘੁਮਾ ਕੇ ਆ ਗਿਆ ਤੇਰਾ ਰਾਜ ਹੋ ਜਾਏਗਾ, ਉਹ ਤੇਰਾ ਇਲਾਕਾ ਹੋਵੇਗਾ। ਬਚਨ ਤੇ ਵਿਸ਼ਵਾਸ ਕਰਦਾ ਸੀ। ਇਹਨੇ ਘੋੜਾ ਕੱਸ ਲਿਆ, ਚੋਲਾ ਪਾ ਲਿਆ, ਕਮਰ ਕਸੇ 'ਚ ਕਟਾਰ ਵੀ ਸਜਾ ਲਈ। ਜਦੋਂ ਘੋੜੇ ਤੇ ਚੜ੍ਹਨ ਲੱਗਾ, ਇਹਦਾ ਮਾਮਾ ਜਿਹੜਾ ਜੈਤੋ ਦਾ ਰਹਿਣ ਵਾਲਾ ਸੀ ਉਹ ਆ ਗਿਆ, ਕਿਉਂਕਿ ਚੌਧਰੀ ਸਮੀਰ ਦਾ ਪਿਤਾ ਛੋਟੇ ਬੱਚਿਆਂ ਨੂੰ ਛੱਡ ਕੇ ਚੜ੍ਹਾਈ ਕਰ ਗਿਆ ਸੀ ਅਤੇ ਚੌਧਰੀ ਦੀ ਮਾਂ ਨੇ ਆਪਣੇ ਭਰਾ ਨੂੰ ਬੁਲਾਇਆ ਸੀ ਵੀ ਤੂੰ ਸਾਡਾ ਘਰ ਸਾਂਭ, ਖੇਤੀਬਾੜੀ ਅਤੇ ਕਾਫੀ ਕੰਮਕਾਰ ਜਿਹੜਾ ਸੀ ਉਹ ਚੌਧਰੀ ਸਮੀਰ ਦਾ ਨੂੰ ਬਚਪਨ ਤੋਂ ਪਾਲਦਾ ਰਿਹਾ ਅਤੇ ਖੇਤੀਬਾੜੀ ਸਾਂਭਦਾ ਰਿਹਾ। ਪਰ ਉਹ ਮੰਨਦਾ ਸੀ ਲਾਲਾਂ ਵਾਲੇ ਨੂੰ, ਸਖੀ ਸਰਵਰ ਦਾ ਚੇਲਾ ਸੀ। ਹੁਤੇ ਸਰਵਰੀਏ ਅੱਧੇ ਮੁਸਲਮੇ, ਪੰਥ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਨੇ ਲਿਖਿਆ। ਜਿਹੜੇ ਸਰਵਰੀਏ ਹੁੰਦੇ ਸਾਧ ਸੰਗਤ ਜੀ ਲਾਲਾਂ ਵਾਲੇ ਨੂੰ ਮੰਨਦੇ, ਉਹ ਗੁਰੂ ਘਰ ਨਾਲ ਵੈਰ ਰੱਖਦੇ ਸੀ ਮੁੱਢ ਤੋਂ ਹੀ, ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ। ਕਿਉਂਕਿ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਤੱਕ ਲੋਕਾਂ ਨੂੰ ਵਹਿਮਾਂ ਭਰਮਾਂ 'ਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਿਆ। ਕਿਸੇ ਦੀ ਵਿਰੋਧਤਾ ਨਹੀਂ ਕੀਤੀ, ਪਰ ਜਿਹੜੇ ਜਿਨ੍ਹਾਂ 'ਚ ਕਮਜ਼ੋਰੀ ਹੁੰਦੀ ਹੈ ਉਹ ਆਪੇ ਹੀ ਵਿਰੋਧੀ ਬਣ ਜਾਂਦੇ ਹੈ। ਜੇ ਕੋ ਬੋਲੇ ਸੱਚ, ਕੂੜਾ ਜਲ ਜਾਵਈ। ਸੱਚੇ ਬੰਦੇ ਦੀ ਗੱਲ ਝੂਠਿਆਂ ਨੂੰ ਬਰਦਾਸ਼ਤ ਨਹੀਂ ਹੁੰਦੀ। ਸਤਿਗੁਰਾਂ ਨੂੰ, ਮਹਾਰਾਜ ਜੀ ਨੂੰ ਮਾੜਾ ਸਮਝਦੇ ਸਨ, ਗੁਰੂ ਘਰ ਦੇ ਨਿੰਦਕ ਬਣ ਗਏ ਸਨ। ਕਿਉਂਕਿ ਬਹੁਤ ਸਾਰੇ ਸਰਵਰੀਏ ਗੁਰੂ ਕੇ ਸਿੱਖ ਬਣੇ ਸਨ। ਭਾਈ ਮੰਝ ਸਰਵਰੀਆ ਸੀ, ਭਾਈ ਬਹਿਲੋ ਸਰਵਰੀਆ ਸੀ, ਹੋਰ ਵੀ ਸਾਧ ਸੰਗਤ ਜੀ। ਭਾਈ ਆਕਲ ਤਰਖਾਣ ਦੀ ਬੇਟੀ ਸਰਵਰੀਆਂ ਦੇ ਘਰ ਵਿਆਹੀ ਸੀ। ਉਹ ਜਿਹੜਾ ਭਾਈ ਰੂਪਾ, ਤੁਸੀਂ ਕੱਲ੍ਹ ਕਥਾ ਸੁਣੀ ਹੈ, ਭਾਈ ਰੂਪੇ ਦਾ ਨਾਨਾ ਸੀ ਭਾਈ ਆਕਲ। ਜਿਹੜੀ ਰੂਪੇ ਦੀ ਮਾਂ ਸੀ ਉਹ ਸਿੱਖਾਂ ਦੀ ਧੀ ਸੀ, ਪਰ ਜਿਹੜਾ ਉਹਦਾ ਪਿਓ ਸਾਧੂ ਸੀ, ਉਹਦੇ ਪੇਕੇ ਜਿਹੜੇ ਯਾਨੀ ਭਾਈ ਰੂਪੇ ਦੇ ਦਾਦਕੇ ਸਨ, ਉਹ ਸਾਰੇ ਸਰਵਰੀਏ ਸਨ। ਇੱਦਾਂ ਜਦੋਂ ਬਹੁਤ ਪ੍ਰਸਿੱਧ ਲੋਕ ਗੁਰੂ ਕੇ ਸਿੱਖ ਬਣ ਗਏ ਸਨ ਤਾਂ ਸਰਵਰੀਏ ਈਰਖਾ ਵੀ ਕਰਦੇ ਸਨ ਵੀ ਇਹ ਸਾਡੇ ਪੰਥ 'ਚ ਘਾਟਾ ਪਾ ਰਹੇ ਆ। ਸੋ ਖਾਲਸਾ ਜੀ, ਉਹ ਜਿਹੜਾ ਮਾਮਾ ਸੀ ਨਾ ਜੈਤੋ ਦਾ ਰਹਿਣ ਵਾਲਾ, ਚੌਧਰੀ ਸਮੀਰ ਦਾ, ਉਹ ਆ ਗਿਆ। ਕਹਿੰਦਾ ਕਿੱਥੇ ਚੱਲਿਆ? ਭਾਣਜੇ ਨੇ ਆਖਿਆ, ਮਾਮਾ ਜੀ ਗੁਰੂ ਸਾਹਿਬ ਨੇ ਆ ਚੋਲਾ ਦਿੱਤਾ ਅਤੇ ਕਟਾਰ ਦਿੱਤੀ ਹੈ, ਇਹ ਪਹਿਨ ਕੇ ਮੈਂ ਜਿੰਨੇ ਇਲਾਕੇ 'ਚ ਘੋੜਾ ਫੇਰ ਕੇ ਆਵਾਂਗਾ ਮੇਰਾ ਰਾਜ ਹੋ ਜਾਏਗਾ। ਉਹ ਨਾਸਤਕ ਬੰਦਾ ਇਹਨਾਂ ਗੱਲਾਂ ਨੂੰ ਕਿੱਥੇ ਸਮਝੇ। ਕਹਿਣ ਲੱਗਾ, ਲੈ ਜੇ ਇੱਦਾਂ ਰਾਜ ਹੋ ਜਾਏ ਤਾਂ ਸਾਰੇ ਘੋੜਸਵਾਰ ਬਾਦਸ਼ਾਹ ਬਣ ਜਾਣ। ਗੁਰੂ ਆਪਣਾ ਰਾਜ ਤੇ ਰੱਖ ਨਹੀਂ ਸਕਿਆ, ਤੈਨੂੰ ਕੀ ਰਾਜ ਦੇਵੇਗਾ? ਆਪਣਾ ਤੇ ਆਨੰਦਪੁਰ ਉਜਾੜ ਕੇ, ਨਾਸ ਕਰਵਾ ਕੇ, ਆਪਣੇ ਪੁੱਤਰ ਮਰਵਾ ਕੇ ਸਾਡੇ ਕੋਲ ਰੋਟੀਆਂ ਖਾਂਦਾ। ਇੱਦਾਂ ਦਾ ਉਹਨੇ ਬੇਅਦਬੀ ਭਰਿਆ ਬਚਨ ਕਿਹਾ। ਕਹਿਣ ਲੱਗਾ, ਨਹੀਂ ਮਾਮਾ ਜੀ, ਮਹਾਂਪੁਰਸ਼ ਨੇ। ਕਹਿੰਦਾ, ਮਹਾਂਪੁਰਸ਼ ਕੋਈ ਨਹੀਂ, ਆਪਾਂ ਤੇ ਲਾਲਾਂ ਵਾਲੇ ਨੂੰ ਮੰਨਦੇ ਹਾਂ, ਹੋਰ ਕਿਸੇ ਨੂੰ ਨਹੀਂ ਮੰਨਦੇ। ਆਪਾਂ ਜੇ ਕਿਸੇ ਹੋਰ ਦੀ ਗੱਲ ਮੰਨੀ, ਲਾਲਾਂ ਵਾਲਾ ਕਰੋਪੀ ਕਰੇਗਾ। ਜੇ ਤਾਂ ਤੂੰ ਮੇਰੀ ਗੱਲ ਮੰਨ ਕੇ ਘੋੜੇ ਤੋਂ ਉਤਰ ਜਾਵੇਂ ਤਾਂ ਠੀਕ ਹੈ, ਨਹੀਂ ਤਾਂ ਮੈਂ ਚੱਲਿਆ ਜੇ ਆਪਣੇ ਪਿੰਡ, ਮੁੜ ਕੇ ਤੁਹਾਡੀ ਮੇਰੀ ਬੱਸ। ਹੁਣ ਮਾਮੇ ਨੇ ਪਾਲਿਆ ਸੀ, ਉਹਦੀ ਗੱਲ ਵੀ ਨਹੀਂ ਸੀ ਮੋੜ ਸਕਦੇ। ਉਹਨਾਂ ਨੇ ਬਚਪਨ 'ਚ ਆ ਕੇ ਉਸ ਮਾਮੇ ਨੇ ਸਾਂਭਿਆ ਸੀ ਇਹਨਾਂ ਨੂੰ, ਭੈਣ ਦੇ ਬੱਚਿਆਂ ਨੂੰ। ਸਾਰੇ ਟੱਬਰ 'ਚ ਰੌਲਾ ਜਿਹਾ ਪੈ ਗਿਆ। ਚੌਧਰੀ ਸਮੀਰ ਕਵੇ ਵੀ ਮੈਨੂੰ ਜਾਣ ਦਿਓ, ਮਾਮਾ ਕਵੇ ਜਾਣ ਨਹੀਂ ਦੇਣਾ। ਵਿੱਚ ਵਿਚਾਲੇ ਪੈ ਕੇ ਕਹਿ ਤਾ ਵੀ ਚੱਲ ਇੰਝ ਕਰੋ,
ਘੋੜੇ ਤੇ ਚੜਿਆ, ਪਿੰਡ ਦੇ ਆਲੇ ਦੁਆਲੇ ਹੀ ਘੁੰਮਿਆ, ਇੰਨੀ ਕੁ ਗੱਲ ਮੰਨ ਗਿਆ। ਪਿੰਡ ਦੇ ਆਲੇ ਦੁਆਲੇ ਪਿੰਡ ਦੀ ਫਿਰਨੀ 'ਚੋਂ ਘੁੰਮ ਕੇ ਆ ਗਿਆ। ਮਹਾਰਾਜ 10ਵੇਂ ਪਾਤਸ਼ਾਹ ਕੋਲ ਸ਼ਾਮ ਦਾ ਪ੍ਰਸ਼ਾਦਾ ਲੈ ਕੇ ਗਿਆ ਅਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ, ਪਿੰਡ ਜੋਗਾ ਹੀ ਰਹਿ ਗਿਆ ਚੌਧਰੀ, ਅਸੀਂ ਤਾਂ ਵੱਡੀਆਂ ਬਖਸ਼ਿਸ਼ਾਂ ਕਰਦੇ ਸੀ। ਕਹਿਣ ਲੱਗਾ, ਮਹਾਰਾਜ ਜਾਣੀ ਜਾਣੋ, ਮੇਰੇ ਮਾਮੇ ਨੇ ਕੁਝ ਬਣ ਨਹੀਂ ਦਿੱਤਾ ਮੇਰਾ। ਮਹਾਰਾਜ ਕਹਿੰਦੇ, ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਉਵੇਂ ਹੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਹੁਕਮ ਜੀ ਹੈ ਸਾਰੀ ਖੇਡ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਫਿਰ ਇੱਕ ਦਿਨ ਮਹਾਰਾਜ ਨੂੰ ਪ੍ਰਸ਼ਾਦਾ ਲੈ ਕੇ ਗਿਆ ਅਤੇ ਸਤਿਗੁਰਾਂ ਨੂੰ ਕਹਿੰਦਾ, ਮਹਾਰਾਜ ਆਪਣੀ ਜਿਹੜੀ ਰੋਟੀ ਖਾ ਰਹੇ ਹੋ ਇਹਦੇ 'ਚੋਂ ਇੱਕ ਅੱਧਾ ਪ੍ਰਸ਼ਾਦਾ ਮੈਨੂੰ ਦਿਆ ਜੇ ਥਾਲ ਵਿੱਚੋਂ, ਮੈਂ ਛਕ ਲਾਂਗਾ। ਸਤਿਗੁਰਾਂ ਨੇ 2 ਪ੍ਰਸ਼ਾਦੇ ਛੱਡ ਦਿੱਤੇ। ਕਹਿਣ ਲੱਗੇ, ਚੌਧਰੀ ਇੱਥੇ ਬਹਿ ਕੇ ਹੀ ਛਕ ਲੈ। ਕਹਿੰਦਾ, ਨਹੀਂ ਮਹਾਰਾਜ, ਘਰ ਜਾ ਕੇ ਨਾ ਸਾਰੇ ਟੱਬਰ ਨੂੰ ਬੁਰਕੀ ਬੁਰਕੀ ਪ੍ਰਸ਼ਾਦ ਦਿਆਂਗਾ। ਮਹਾਰਾਜ ਕਹਿੰਦੇ, ਇੱਥੇ ਛਕ ਲੈਂਦਾ ਤੇ ਚੰਗਾ ਸੀ, ਤੇਰੀ ਮਰਜ਼ੀ ਹੈ। 2 ਪ੍ਰਸ਼ਾਦੇ ਸਤਿਗੁਰਾਂ ਦੇ ਲੈ ਕੇ ਘਰ ਆ ਗਿਆ। ਘਰ ਆ ਕੇ ਆਪਣੇ ਭਰਾ ਤਖਤ ਮਲ ਨੂੰ ਅਤੇ ਲਖਮੀਰ ਨੂੰ ਆਵਾਜ਼ ਮਾਰੀ। ਉਹਨਾਂ ਦੇ ਬੱਚਿਆਂ ਨੂੰ ਇਕੱਠਿਆਂ ਕਰ ਲਿਆ, ਪੋਤਿਆਂ ਤੱਕ ਜਿੰਨਾ ਪਰਿਵਾਰ ਸੀ, ਵੱਡੇ ਛੋਟੇ ਸਾਰੇ ਨਿੱਕੇ ਨਿਆਣੇ ਇਕੱਠੇ ਕਰ ਲਏ। ਨੂੰਹਾਂ ਧੀਆਂ ਸਾਰੀਆਂ ਆ ਗਈਆਂ। ਕਹਿਣ ਲੱਗਾ, ਆਓ ਭਾਈ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜੇ ਤੁੱਠੇ, ਉਹਨਾਂ ਨੇ ਆਪਣੀ ਥਾਲੀ 'ਚੋਂ 2 ਪ੍ਰਸ਼ਾਦੇ ਬਖਸ਼ਿਸ਼ ਕੀਤੇ। ਜਿਸ ਨੂੰ ਦੇਵਤੇ ਵੀ ਤਰਸਦੇ ਉਹ ਸਾਨੂੰ ਮਿਲਿਆ, ਅੰਮ੍ਰਿਤ ਰੂਪੀ ਪ੍ਰਸ਼ਾਦ, ਸੀਤ ਪ੍ਰਸ਼ਾਦ ਆਪਾਂ ਬੁਰਕੀ ਬੁਰਕੀ ਮੂੰਹ 'ਚ ਪਾਈਏ। ਇੰਨੀ ਗੱਲ ਕਹੀ ਸੀ ਕਿ ਮਾਮਾ ਫਿਰ ਆ ਗਿਆ। ਕੀ ਕਰਨ ਲੱਗੇ ਹੋ? ਕਹਿੰਦਾ, ਗੁਰੂ ਦਾ ਸੀਤ ਪ੍ਰਸ਼ਾਦ ਹੈ, ਵੰਡ ਕੇ ਛਕਣ ਲੱਗੇ। ਕਹਿੰਦਾ, ਖਬਰਦਾਰ ਜੇ ਗੁਰੂ ਦਾ ਜੂਠਾ ਖਾਧਾ ਤਾਂ, ਜੇ ਗੁਰੂ ਦੀ ਜੂਠ ਖਾਣੀ ਹੈ ਤਾਂ ਮੈਂ ਚੱਲਿਆ ਤੁਹਾਡੇ ਘਰੋਂ। ਲਾਲਾਂ ਵਾਲੇ ਨੂੰ ਮੰਨਦੇ ਹਾਂ ਆਪਾਂ, ਲਾਲਾਂ ਵਾਲੇ ਦੀ ਕਰੋਪੀ ਹੋਏਗੀ, ਡੰਗਰ ਮਰ ਜਾਣਗੇ, ਘਰ ਉੱਜੜ ਜਾਏਗਾ, ਬਰਬਾਦ ਹੋ ਜਾਓਗੇ, ਮੈਂ ਨਹੀਂ ਤੁਹਾਡੇ ਘਰ ਰਹਿਣਾ। ਉਹ ਨਾਸਤਕ ਬੰਦੇ ਨੇ ਐਸਾ ਅੜਿੱਕਾ ਡਾਹਿਆ, ਇਹ ਕਹਿਣ ਕੋਈ ਨਹੀਂ ਮਾਮਾ ਜੀ ਸੀਤ ਪ੍ਰਸ਼ਾਦ ਹੈ ਗੁਰੂ ਦਾ, ਉਹ ਕਹੇ ਨਹੀਂ ਅਸੀਂ ਨਹੀਂ ਖਾਣਾ ਇਹਨਾਂ ਦਾ। ਬਹੁਤ ਕੌੜੇ ਬਚਨ, ਅਪਮਾਨ ਭਰੇ, ਬੇਅਦਬੀ ਭਰੇ ਬਚਨ ਉਹ ਕਹਿੰਦਾ ਰਿਹਾ। ਚੌਧਰੀ ਉਹਨੂੰ ਹਟਾਉਂਦਾ ਰਿਹਾ, ਪਰ ਉਹਦਾ ਅਹਿਸਾਨ ਵੀ ਮੰਨਦੇ ਸੀ ਵੀ ਮਾਮਾ ਇਹ ਨਾਲੇ ਨੇ ਪਾਲਿਆ। ਸਾਧ ਸੰਗਤ ਜੀ, ਇੱਥੇ ਤਾਂ ਗੱਲ ਪਹੁੰਚ ਗਈ ਵੀ ਨਹੀਂ ਛਕਣ ਦੇਣੇ, ਸਾਰੇ ਟੱਬਰ ਨੂੰ ਰੋਕ ਦਿੱਤਾ। ਹੁਣ ਗੁਰੂ ਦਾ ਪ੍ਰਸ਼ਾਦ ਹੈ, ਸੀਤ ਪ੍ਰਸ਼ਾਦ, ਕੀ ਕਰੀਏ, ਕਿੱਥੇ ਸੁੱਟੀਏ? ਚੌਧਰੀ ਨੂੰ ਹੋਰ ਤਾਂ ਕੁਝ ਨਾ ਸੁਝਿਆ। ਉਹਨੇ ਟੋਆ ਪੱਟ ਕੇ 2 ਪ੍ਰਸ਼ਾਦੇ ਜ਼ਮੀਨ 'ਚ ਦੱਬ ਦਿੱਤੇ ਵੀ ਬੇਅਦਬੀ ਨਾ ਹੋਵੇ, ਗੁਰੂ ਦਾ ਪ੍ਰਸ਼ਾਦ ਹੈ। ਉਹਨੇ ਜ਼ਮੀਨ 'ਚ ਦੱਬ ਦਿੱਤਾ, ਉੱਤੇ ਮਿੱਟੀ ਪਾ ਦੇ। ਅਗਲੇ ਦਿਨ ਮਹਾਰਾਜ ਕੋਲ ਫਿਰ ਆਇਆ ਸ਼ਮੀਰ, ਅਤੇ ਸਤਿਗੁਰੂ ਕਹਿੰਦੇ, ਚੌਧਰੀ ਪ੍ਰਸ਼ਾਦੇ ਛਕ ਲਏ ਸੀ? ਕਹਿੰਦਾ, ਮਹਾਰਾਜ ਤੁਸੀਂ ਜਾਣੀ ਜਾਣੋ, ਸਾਡਾ ਮਾਮਾ ਨਹੀਂ ਕੁਝ ਬਣਨ ਦਿੰਦਾ ਸਾਡਾ। ਉਹਨੇ ਕਲੇਸ਼ ਪਾ ਦਿੱਤਾ ਸੀ। ਸੀਤ ਪ੍ਰਸ਼ਾਦ ਤੁਹਾਡਾ ਲੈ ਤਾਂ ਮੈਂ ਗਿਆ ਸੀ, ਪਰ ਮੈਂ ਛਕ ਨਹੀਂ ਸਕਿਆ। ਹੱਸ ਕੇ ਕਹਿਣ ਲੱਗੇ, ਚੌਧਰੀ ਮਾਲਵੇ ਦੀ ਧਰਤੀ ਬੜੀ ਭੁੱਖੀ ਸੀ, ਸਾਡੇ ਪ੍ਰਸ਼ਾਦੇ ਨਾਲ ਰੱਜ ਗਈ ਹੈ। ਸਾਧ ਸੰਗਤ ਜੀ, ਆ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਪਟਿਆਲੇ ਤੋਂ ਅਗਲਾ ਇਲਾਕਾ, ਇਹਨੂੰ ਮਾਲਵਾ ਮਹਾਰਾਜ 10ਵੇਂ ਪਾਤਸ਼ਾਹ ਨੇ ਕਿਹਾ। ਪਹਿਲਾਂ ਇਹਨੂੰ ਜੰਗਲ ਦੇਸ਼ ਕਹਿੰਦੇ ਸਨ। ਸਤਿਗੁਰਾਂ ਨੇ ਆਖਿਆ, ਜੰਗਲ ਸਾਡਾ ਮਾਲਵਾ ਹੈ। ਵੈਸੇ ਮਾਲਵਾ ਜਿਹੜਾ ਹੈ ਨਾ, ਉਹ ਉਜੈਨ ਵਾਲਾ ਮੰਨਿਆ ਜਾਂਦਾ, ਜਿੱਥੇ ਰਾਜਾ ਭਰਥਰੀ ਹੋਇਆ, ਬਿਕਰਮਾਜੀਤ ਹੋਇਆ। ਇੰਦੌਰ ਤੋਂ 50-60 ਮੀਲ 'ਤੇ ਹੈ ਉਜੈਨ ਰਾਜਧਾਨੀ ਉਹਦੀ। ਉਜੈਨ ਤੀਰਥ ਵੀ ਹੈ। ਪਹਿਲਾਂ ਉਹਨੂੰ ਮਾਲਵਾ ਕਹਿੰਦੇ ਸੀ। ਸਤਿਗੁਰੂ ਜੀ ਨੇ ਜੰਗਲ ਨੂੰ ਮਾਲਵੇ ਦਾ ਵਰ ਦਿੱਤਾ, ਧੰਨ ਕਲਗੀਆਂ ਵਾਲੇ ਪਾਤਸ਼ਾਹ। ਜੰਗਲ ਸਾਡਾ ਮਾਲਵਾ ਹੈ, ਮਾਲ ਵਾਲਾ ਹੋਵੇਗਾ, ਨਹਿਰਾਂ ਵਗਣਗੀਆਂ, ਬਾਗ ਲੱਗਣਗੇ,
ਸਾਡਾ ਪ੍ਰਸ਼ਾਦਾ ਛਕ ਕੇ ਮਾਲਵੇ ਦੀ ਧਰਤੀ ਰੱਜ ਗਈ ਹੈ। ਅੱਜ ਜਾ ਕੇ ਦੇਖੋ ਪੰਜਾਬ 'ਚ ਇਤਨੀ ਫਸਲ ਕਿਤੇ ਨਹੀਂ ਹੁੰਦੀ ਜਿੰਨੀ ਮਾਲਵੇ 'ਚ ਹੁੰਦੀ ਹੈ। ਅੰਗੂਰਾਂ ਦੇ ਬਾਗ ਲੱਗੇ, ਹੋਰ ਤਾਂ ਹੋਰ। ਜਿੱਥੇ ਸਾਧ ਸੰਗਤ ਜੀ ਮੋਠ ਬਾਜਰਾ ਹੀ ਹੁੰਦਾ ਸੀ। ਇਹ ਬਖਸ਼ਿਸ਼ ਹੈ ਬਾਜਾਂ ਵਾਲੇ ਪਾਤਸ਼ਾਹ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਚੌਧਰੀ ਕਹਿਣ ਲੱਗਾ, ਮਹਾਰਾਜ ਮੇਰੇ ਤੇ ਹੋਰ ਕਿਰਪਾ ਕਰੋ, ਮੈਨੂੰ ਤੁਸੀਂ ਮੇਰਾ ਜਨਮ ਮਰਨ ਕੱਟੋ। ਆਖੋ ਸਤਿਨਾਮ ਸ੍ਰੀ। ਹੋਰ ਤਾਂ ਜਿਹੜੀਆਂ ਗੱਲਾਂ ਨੇ ਉਹ ਮੈਂ ਤੁਹਾਡੀਆਂ ਬਖਸ਼ਿਸ਼ਾਂ ਨਹੀਂ ਲੈ ਸਕਿਆ, ਪਰ ਮੈਂ ਇਹ ਤਾਂ ਚਾਹੁੰਦਾ ਵੀ ਮੇਰੇ ਤੇ ਤੁਸੀਂ ਤੁਠੋ ਤੇ ਮੇਰੀ 84 ਕੱਟ ਦਿਓ। ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰਚਾਰ, ਇਸ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਸਤਿਗੁਰ ਮਮ ਬੇਰੀ ਕਟੋ, ਮੇਰੀ ਬੇੜੀ ਕੱਟੋ। ਜਿਹੜੀ ਪੈਰਾਂ ਨੂੰ ਹੱਥਕੜੀ ਲੱਗੀ, ਹੱਥਾਂ ਨੂੰ ਪੈਰਾਂ 'ਚ ਲੋਹੇ ਦੀ ਬੇੜੀ ਹੁੰਦੀ ਹੈ, ਇਹ ਜਿਹਨੂੰ ਮੋਹ ਦੀ ਬੇੜੀ ਹੈ ਸੰਸਾਰ ਦੇ ਵਿੱਚ ਪਈ ਹੋਈ, ਸੱਚੇ ਪਾਤਸ਼ਾਹ ਕੱਟ ਦਿਓ। ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰਚਾਰ। ਦੂਜਾ ਅਰਥ ਹੈ ਬੇੜੀ ਦਾ ਕਿਸ਼ਤੀ, ਨੌਕਾ, ਬੋਟ। ਮੈਨੂੰ ਆਪਣੇ ਜਹਾਜ਼ ਤੇ ਚੜਾ ਲਓ। ਦੂਜਾ ਬੇੜੀ ਦਾ ਅਰਥ ਹੈ ਨਿਜ ਬੇਰੀ, ਆਪਣੀ ਬੇੜੀ ਤੇ ਚਾੜ ਲਓ। ਇਸ ਬੇਰੀ ਹੋਏ ਭਵ ਸਫਲ, ਇਸ ਵਾਰੀ ਮੇਰਾ ਜਨਮ ਸਫਲ ਹੋ ਜਾਵੇ। ਬਿਨ ਬੇਰੀ ਕਰ ਪਾਰ, ਬਿਨਾਂ ਬੇੜੀ ਦੇਰ ਦੇ, ਬਿਨਾਂ ਬੇਰ ਦੇ, ਬਿਨਾਂ ਦੇਰ ਦੇ ਪਾਰ ਲੰਘਾ ਲਓ। ਕਲਗੀਧਰ ਕਹਿਣ ਲੱਗੇ, ਚੌਧਰੀ ਇੰਨਾ ਸੌਖਾ ਨਹੀਂ ਜਨਮ ਮਰਨ ਕੱਟਿਆ ਜਾਣਾ। ਜਿੰਨਾ ਚਿਰ ਕਰਮਾਂ ਦਾ ਹਿਸਾਬ ਨਹੀਂ ਨਿਬੜਦਾ ਉਹਨਾਂ ਚਿਰ ਜਨਮ ਲੈਣੇ ਪੈਂਦੇ ਆ, ਅਤੇ ਕਰਮ ਤੇਰੇ ਅਜੇ ਕਈ ਹਜ਼ਾਰਾਂ ਜਨਮਾਂ ਦੇ ਬਾਕੀ ਹਨ। ਇੰਨਾ ਸੌਖਾ ਜਿਹਾ ਨਹੀਂ। ਕਹਿਣ ਲੱਗਾ, ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗਰਾਸੈ। ਮਹਾਰਾਜ ਤੁਹਾਡੀ ਸ਼ਰਨ ਆਉਣ ਦਾ ਕੀ ਫਾਇਦਾ ਜੇ ਜਨਮ ਮਰਨ ਨਾ ਮਿਟਿਆ ਤਾਂ। ਸਤਿਗੁਰੂ ਚੁੱਪ ਕਰ ਗਏ। 2-4 ਦਿਨਾਂ ਪਿੱਛੋਂ ਫੇਰ ਚੌਧਰੀ ਨੇ ਗੱਲ ਛੇੜ ਲਈ, ਮਹਾਰਾਜ ਮੇਰਾ ਜਨਮ ਮਰਨ ਕੱਟੋ। ਮਹਾਰਾਜ ਫਿਰ ਟਾਲ ਗਏ। 2-4 ਦਿਨ ਬਾਅਦ ਚੌਧਰੀ ਨੇ ਫਿਰ ਉਹੀ ਗੱਲ ਛੇੜੀ, ਮੇਰੀ 84 ਕੱਟੋ। ਮਹਾਰਾਜ ਕਹਿਣ ਲੱਗੇ, ਚੌਧਰੀ ਰੋਜ਼ ਤੂੰ ਕਹਿੰਦਾ ਹੈ, ਤੈਨੂੰ ਅਸੀਂ ਕਹਿ ਦਿੱਤਾ ਵੀ ਇਹ ਸੌਖਾ ਕੰਮ ਨਹੀਂ, ਵੀ ਇਹ ਜਿਹੜੇ ਕਰਮਾਂ ਦੇ ਲੇਖੇ ਜੋਖੇ ਨੇ ਭੋਗਣੇ ਪੈਂਦੇ, ਜਿਹੜੇ ਬੀਜ ਬੀਜੇ ਉਹ ਵੱਢਣੇ ਪੈਂਦੇ ਆ, ਅਤੇ ਕਈ ਜਨਮ ਲੱਗ ਜਾਂਦੇ ਆ। ਇੰਨਾ ਕੰਮ ਸੌਖਾ ਨਹੀਂ, ਤੇਰੀ 84 ਕੱਟ ਦਈਏ। ਕਹਿੰਦਾ, ਸੱਚੇ ਪਾਤਸ਼ਾਹ ਸਭ ਕੁਛ ਕਰ ਸਕਦੇ ਹੋ, ਮੇਰੇ ਹੱਥ ਜੁੜੇ ਵੇਖੋ ਅਤੇ ਮੇਰੀ 84 ਕੱਟੋ। ਵਿਸ਼ਵਾਸ ਬੜਾ ਸੀ ਉਸ ਬੰਦੇ ਨੂੰ। ਕਾਸ਼ ਸਾਨੂੰ ਵੀ ਵਿਸ਼ਵਾਸ ਹੋ ਜਾਏ। ਗੁਰੂ ਗ੍ਰੰਥ ਸਾਹਿਬ ਤਾਂ 84 ਕੱਟਣ ਲਈ ਖੜੇ ਨੇ, ਸਾਡਾ ਵਿਸ਼ਵਾਸ ਨਹੀਂ। ਸਾਨੂੰ ਇਹ ਹੀ ਨਹੀਂ ਵਿਸ਼ਵਾਸ ਵੀ 84 ਵੀ ਹੁੰਦੀ ਕਿ ਨਹੀਂ ਹੁੰਦੀ। ਇਹ ਜਗ ਮਿੱਠਾ ਅਗਾ ਕਹਿਨੇ ਡਿੱਠਾ। ਸਾਧ ਸੰਗਤ ਜੀ, ਮਹਾਰਾਜ ਰਾਤ ਦਾ ਪ੍ਰਸ਼ਾਦਾ ਛਕ ਰਹੇ ਸਨ ਅਤੇ ਚੌਧਰੀ ਤਰਲੇ ਕੱਢ ਰਿਹਾ ਸੀ। ਕਹਿਣ ਲੱਗੇ, ਚੌਧਰੀ ਸਵੇਰੇ ਆਈ ਗੱਲ ਕਰਾਂਗੇ, ਹੁਣ ਤੂੰ ਜਾ। ਉੱਠ ਕੇ ਪ੍ਰਸ਼ਾਦੇ ਦੀ ਥਾਲੀ ਲੈ ਕੇ ਘਰ ਚਲਾ ਗਿਆ। ਮਹਾਰਾਜ ਤਖਾਣਾ ਦੇ ਚੁਬਾਰੇ 'ਚ ਰਹਿੰਦੇ ਸਨ ਅਤੇ ਚੌਧਰੀ ਆਪਣੇ ਘਰ ਜਾ ਕੇ ਰਹਿੰਦਾ ਸੀ। ਜਾ ਕੇ ਸੁੱਤਾ, ਸੁਪਨੇ 'ਚ ਕੀ ਦੇਖਦਾ ਹੈ, ਮਰ ਕੇ ਕੁੱਤੇ ਦੀ ਜੂਨ ਪੈ ਗਈ। ਕੁੱਤੇ ਦੀ ਜੂਨ ਤੋਂ ਬਦਲ ਕੇ ਸੱਪ ਦੀ ਜੂਨ, ਗਧੇ ਦੀ ਜੂਨ, ਸੂਅਰ ਦੀ ਜੂਨ, ਪੰਛੀਆਂ ਦੀ ਜੂਨ, ਪਕਸ਼ੀਆਂ ਦੀ ਜੂਨ, ਪਸ਼ੂਆਂ ਦੀ ਜੂਨ, ਬਦਲੀ ਜਾਂਦਾ ਬਦਲੀ ਜਾਂਦਾ। ਸੁਪਨੇ 'ਚ ਦੇਖ ਰਿਹਾ, ਆਪਣੇ ਆਪ ਨੂੰ ਮਹਿਸੂਸ ਕਰਦਾ, ਮੈਂ ਹੁਣ ਕੁੱਤਾ ਬਣ ਗਿਆ, ਮੈਂ ਕਾਂ ਬਣ ਗਿਆ, ਮੈਂ ਗਧਾ ਬਣ ਗਿਆ, ਮੈਂ ਸੱਪ ਬਣ ਗਿਆ। ਜੂਨਾਂ ਬਦਲੀ ਜਾਂਦੀਆਂ। ਸੁਪਨੇ ਵਿੱਚ ਦੇਖਿਆ ਕਿ ਹੁਣ ਚੰਡਾਲਾਂ ਦੇ ਘਰ ਜਨਮ ਹੋ ਗਿਆ, ਵਿਆਹ ਹੋ ਗਿਆ, 5-6 ਨਿਆਣੇ ਹੋ ਗਏ ਨੇ, ਗਰੀਬੀ ਬਹੁਤ ਹੈ, ਖਾਣ ਨੂੰ ਕੁਝ ਹੈ ਨਹੀਂ। ਮਾਲਵੇ 'ਚ ਪੀਲੂ ਹੁੰਦੇ ਨੇ ਵਣਾਂ ਦੇ, ਵਣ 'ਤੇ ਚੜ੍ਹ ਕੇ ਉੱਤੋਂ ਹੱਥ ਦੇ ਨਾਲ ਉਹ ਤੋੜ ਤੋੜ ਕੇ ਬੱਚਿਆਂ ਨੂੰ ਪੀਲੂ ਸੁੱਟਦਾ। ਉਹ ਖਾਂਦੇ, ਪਾਪਾ ਹੋਰ ਦੇ, ਬਾਬਾ ਹੋਰ ਦੇ। ਉਹ ਸੁੱਟੀ ਜਾਂਦਾ, ਘਰ ਵਾਲੀ ਵੀ ਖਾਈ ਜਾਂਦੀ, ਕੁਛ ਭੁੱਖ ਲੱਗੀ ਆ ਆਪ ਵੀ ਖਾਈ ਜਾਂਦਾ। ਗਰੀਬੀ ਬਹੁਤ ਹੈ, ਕੱਚੇ ਪੀਲੂ ਖਾਈ ਜਾਂਦਾ, ਸੁੱਟੀ ਜਾਂਦਾ। ਅਤੇ ਪਤਲੀ ਜਿਹੀ ਟਾਹਣੀ ਹੁੰਦੀ, ਉਹ ਛੋਟਾ ਹੀ ਹੁੰਦਾ ਵਣ, ਬਹੁਤਾ ਵੱਡਾ ਤਾਂ ਹੁੰਦਾ ਨਹੀਂ। ਉਹਦੇ ਤੋਂ ਪੈਰ ਤਿਲਕਿਆ, ਡਿੱਗ ਪਿਆ। ਡਿੱਗੇ ਦੀ ਅੱਖ ਖੁੱਲ੍ਹ ਗਈ। ਸੁੱਤਾ ਜੋ ਪਿਆ ਸੀ, ਸੁਪਨਾ ਦੇਖ ਰਿਹਾ ਸੀ। ਅੱਖ ਖੁੱਲ੍ਹੀ, ਹੈਰਾਨ ਜਿਹਾ ਹੋਇਆ ਵੀ ਮੈਂ ਕੀ ਦੇਖਿਆ ਹੈ। ਦਾਤਣ ਕਰਨ ਲੱਗਾ
ਤੇ ਦੰਦਾਂ 'ਚ ਪੀਲੂ ਦੇ ਛਿਲਕੇ ਦੇ ਦਾਣੇ ਫਸੇ ਹੋਏ। ਕਹਿਣ ਲੱਗਾ, ਮੈਂ ਰਾਤੀ ਪੀਲੂ ਨਹੀਂ ਖਾਧੇ, ਕੱਲ ਪੀਲੂ ਨਹੀਂ ਖਾਧੇ, ਪਰਸੋਂ ਪੀਲੂ ਨਹੀਂ ਖਾਧੇ, ਪਤਾ ਨਹੀਂ ਕਦੀ ਬਚਪਨ 'ਚ ਖਾਧੇ ਹੋਣ ਨਾ ਖਾਧੇ ਹੋਣ, ਕਿਉਂਕਿ ਤਗੜੇ ਘਰ ਦਾ ਬੰਦਾ ਸੀ। ਪੀਲੂ ਆਮ ਤੌਰ 'ਤੇ ਗਰੀਬ ਲੋਕ ਖਾਂਦੇ ਸਨ, ਨਾ ਮਿਲਣ 'ਤੇ ਕੁਝ। ਤੇ ਮੈਂ ਤਾਂ ਪੀਲੂ ਖਾਧੇ ਕੋਈ ਨਹੀਂ, ਰਾਤੀ ਸੁਪਨੇ 'ਚ ਜ਼ਰੂਰ ਖਾਧੇ ਹੈ, ਪਰ ਸੁਪਨੇ ਦੇ ਖਾਧੇ ਹੋਏ ਛਿਲਕੇ ਦੰਦਾਂ 'ਚ ਕਿਵੇਂ ਆ ਗਏ। ਬੜਾ ਹੈਰਾਨ ਜਿਹਾ ਹੋ ਕੇ ਦਾਤਨ ਪਾਣੀ ਇਸ਼ਨਾਨ ਪਾਣੀ ਕਰਕੇ ਗੁਰੂ ਸਾਹਿਬ ਜੀ ਕੋਲ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਪੁੱਛਣ ਲੱਗਾ, ਮਹਾਰਾਜ ਮੈਂ ਕੀ ਸੁਪਨੇ 'ਚ ਦੇਖਿਆ? ਮੈਂ ਕਈ ਜੂਨਾਂ 'ਚ ਭਟਕਦਾ ਰਿਹਾ। ਅਖੀਰ ਮੇਰੀ ਮਨੁੱਖਾ ਜਨਮ ਜੂਨੀ ਮਿਲੀ ਚੰਡਾਲਾਂ ਦੇ ਘਰ, ਗਰੀਬ ਬਹੁਤ ਜ਼ਿਆਦਾ ਭੁੱਖ ਨੰਗ ਦੇ ਵਿੱਚ। ਉੱਥੇ ਮੇਰੇ ਪਰਿਵਾਰ, ਮੇਰੀ ਫੈਮਿਲੀ ਸਾਰੇ ਭੁੱਖੇ, ਅਤੇ ਅਸੀਂ ਪੀਲੂ ਖਾਧੇ ਹੈ। ਸੱਚੇ ਪਾਤਸ਼ਾਹ ਪੀਲੂ ਖਾਧੇ ਤਾਂ ਸੁਪਨੇ ਵਿੱਚ, ਪਰ ਮੈਂ ਜਦੋਂ ਉੱਠਿਆ ਤਾਂ ਮੇਰੇ ਦੰਦਾਂ ਦੇ ਵਿੱਚ ਫਸੇ ਛਿਲਕੇ। ਮੈਨੂੰ ਸਮਝ ਨਹੀਂ ਆਈ ਇਹ ਮੈਂ ਕੀ ਵੇਖਿਆ ਹੈ। ਹੱਸ ਕੇ ਕਹਿਣ ਲੱਗੇ, ਚੌਧਰੀ ਤੈਨੂੰ ਅਜੇ ਵੀ ਸਮਝ ਨਹੀਂ ਆਈ, ਫਿਰ ਕਦੋਂ ਆਏਗੀ? ਕਹਿੰਦਾ, ਜੀ ਮੈਨੂੰ ਕੀ ਸਮਝ ਆਉਣੀ ਹੈ? ਕਹਿੰਦਾ, ਰੋਜ਼ ਤੇ ਕਹਿੰਦੇ, ਮਹਾਰਾਜ ਕਹਿੰਦੇ ਰੋਜ਼ ਤੇ ਕਹਿੰਦਾ ਸੀ ਮੇਰੀ 84 ਕੱਟ ਦਿਓ, 84 ਕੱਟ ਦਿਓ, 84 ਕੱਟ ਦਿਓ। ਅਸੀਂ ਰਾਤੀ ਸੁਪਨੇ 'ਚ ਸਾਰਾ ਹਿਸਾਬ ਨਿਬੇੜ ਦਿੱਤਾ ਹੈ। ਸਤਿਗੁਰੂ ਐਸੇ ਹਨ ਸਾਧ ਸੰਗਤ ਜੀ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਤਾਰਨਹਾਰ ਜਗਤ ਗੁਰ ਸੁਆਮੀ, ਚਰਨ ਕਮਲ ਤਾਂ ਕੇ ਕਰੋ ਨਿਵਾਸ। ਮਹਾਰਾਜ ਸਾਹਿਬ ਕਲਗੀਧਰ ਜੀ ਚੌਧਰੀ ਸਮੀਰ ਕੋਲ ਠਹਿਰੇ ਨੇ, ਅਤੇ ਮਾਲਵੇ ਦੀ ਧਰਤੀ ਤੋਂ ਗੁਰਦੁਆਰਾ, ਅੱਜ ਕੱਲ੍ਹ ਉੱਥੇ ਦਿਆਲਪੁਰਾ ਭਾਈ ਕਾ ਪਿੰਡ ਵਸ ਗਿਆ ਜਿੱਥੇ ਜਫਰਨਾਮਾ ਲਿਖਿਆ ਸੀ। ਕਈ ਵਾਰੀ ਇਹ ਭੁਲੇਖਾ ਪੈ ਜਾਂਦਾ ਵੀ ਦਿਆਲਪੁਰੇ ਤੋਂ ਜਫਰਨਾਮਾ ਲਿਖਿਆ ਸੀ ਕਿ ਦੀਨੇ ਤੋਂ ਲਿਖਿਆ ਸੀ। ਪੁਰਾਣੇ ਗ੍ਰੰਥਾਂ 'ਚ ਦੀਨੇ ਦਾ ਲਿਖਿਆ ਹੈ, ਸੰਤ ਅਮੀਰ ਸਿੰਘ ਜੀ ਨੇ ਦਿਆਲਪੁਰਾ ਲਿਖਿਆ ਹੈ। ਗੱਲ ਇਹ ਹੈ ਵੀ ਜਦੋਂ ਮਹਾਰਾਜ ਉੱਥੇ ਗਏ ਸਨ, ਉਹ ਜ਼ਮੀਨ ਦੀਨੇ ਦੀ ਸੀ। ਬਾਅਦ ਵਿੱਚੋਂ ਉਹਨਾਂ ਦੇ ਪਰਿਵਾਰਾਂ ਵਿੱਚੋਂ ਦਿਆਲਪੁਰਾ ਭਾਈ ਕਾ ਉੱਥੇ ਪਿੰਡ ਵਸਿਆ, ਜਿਹੜਾ ਭਾਈ ਭਗਤੇ ਕਹਿੰਦੇ ਪਰਿਵਾਰ ਵਿੱਚੋਂ ਹੋਏ ਨੇ ਗੁਰਸਿੱਖ ਭਾਈ ਦਿਆਲਾ ਜੀ। ਇੱਕ ਦਿਆਲਪੁਰਾ ਮਿਰਜੇ ਕਾ ਹੈ, ਇੱਕ ਦਿਆਲਪੁਰਾ ਭਾਈ ਕਾ ਹੈ, ਲਾਗੇ ਲਾਗੇ ਪਿੰਡ ਹਨ ਸਾਰੇ। ਸੋ ਉਹ ਜਗ੍ਹਾ ਜਿਹੜੀ ਹੁਣ ਦਿਆਲਪੁਰੇ 'ਚ ਪੈਂਦੀ ਹੈ, ਜਿੱਥੋਂ ਮਹਾਰਾਜ ਲਿਖ ਰਹੇ ਹੈ, ਉੱਥੇ ਉਦੋਂ ਝਿੜੀ ਸੀ, ਜੰਗਲ ਸੀ। ਹੁਣ ਵੀ ਉੱਥੇ ਗੁਰਦੁਆਰੇ ਦੇ ਨੇੜੇ ਆਬਾਦੀ ਨਹੀਂ ਹੈ, ਬਾਹਰ ਦੂਰ ਨਗਰ ਹੈ, ਜਿੱਥੇ ਗੁਰੂ ਘਰ ਬਣਿਆ 6ਵੀਂ ਪਾਤਸ਼ਾਹੀ ਔਰ 10ਵੀਂ ਪਾਤਸ਼ਾਹੀ ਦੇ ਇਕੱਠੇ ਅਸਥਾਨ ਹਨ। ਉਸ ਅਸਥਾਨ 'ਤੇ ਮਹਾਰਾਜ ਜੀ ਕਲਗੀਧਰ ਜੀ ਬੈਠੇ ਲਿਖੀ ਜਾ ਰਹੇ ਹੈ। ਆਓ ਸਰਵਣ ਕਰੀਏ। ਸਤਿਗੁਰੂ ਔਰੰਗਜ਼ੇਬ ਨੂੰ ਪਹਿਲਾਂ ਅਕਾਲ ਪੁਰਖ ਦੀ ਸਿਫਤ ਸੁਣਾ ਰਹੇ ਹੈ, ਕਿਉਂਕਿ ਸਾਡਾ ਸਾਰਿਆਂ ਦਾ ਜਿੰਨੇ ਇਨਸਾਨ ਆ ਧਰਤੀ 'ਤੇ, ਸਾਡਾ ਸਾਰਿਆਂ ਦਾ ਪਿਓ ਵਾਹਿਗੁਰੂ ਹੈ। ਏਕ ਪਿਤਾ ਏਕ ਸਕੇ ਮੁਬਾਰਕ। ਅਤੇ ਜਿੰਨਾ ਚਿਰ ਜੇ ਅਕਾਲ ਪੁਰਖ ਨਾਲ ਆਪਾਂ ਨਹੀਂ ਜੁੜਦੇ, ਉਹਨਾਂ 'ਚ ਆਪਣੇ 'ਚ ਵੀ ਕੋਈ ਤਾਰ ਨਹੀਂ ਜੁੜਦੀ। ਇਸੇ ਕਰਕੇ ਧਰਮੀ ਬੰਦੇ, ਸਾਧੂ ਬੰਦੇ ਕਿਸੇ ਧਰਮ ਦੇ ਹੋਣ, ਇਕੱਠੇ ਹੋ ਕੇ ਬਹਿ ਜਾਂਦੇ ਆ, ਕਿਸੇ ਵੀ ਮੱਤ ਦੇ ਹੋਣ, ਕਿਉਂ ਉਹਨਾਂ ਦੀ ਰੱਬ ਨਾਲ ਜੋ ਜੁੜੀ ਹੁੰਦੀ ਹੈ। ਜਿੱਥੇ ਰੱਬ ਨਾਲ ਨਹੀਂ ਜੁੜੀ ਹੁੰਦੀ, ਸਕੇ ਭਰਾ ਵੀ ਲੜ ਕੇ ਮਰ ਜਾਂਦੇ ਆ। ਔਰ ਇਹ ਵੀ ਗੱਲ ਨਿਸ਼ਾਨੀ ਹੈ ਵੀ ਜਿਹੜਾ ਬੰਦਾ ਰੱਬ ਨਾਲ ਜੁੜਿਆ ਹੋਇਆ ਨਾ, ਉਹ ਆਪਸ 'ਚ ਪਿਆਰ ਨਾਲ ਮਿਲੇਗਾ। ਅਤੇ ਜਿਹੜਾ ਬੰਦਾ ਧਰਮੀ ਕੱਪੜੇ ਤਾਂ ਪਾਈ ਫਿਰਦਾ, ਪਰ ਦੂਜੇ ਨੂੰ ਵੇਖ ਕੇ ਉਹਦੀ ਅੱਖਾਂ ਦੇ ਵਿੱਚ ਫਰਕ ਆਉਂਦਾ, ਉਹ ਅਜੇ ਧਰਮੀ ਨਹੀਂ ਬਣਿਆ। ਅਸੀਂ ਬੈਠੇ ਵਿਚਾਰ ਕਰ ਰਹੇ ਸੀ 4-5 ਦਿਨ ਪਹਿਲਾਂ ਬਈ ਜਥੇਬੰਦੀਆਂ ਸਾਡੀਆਂ ਸਿੱਖਾਂ ਦੀਆਂ ਆਪਸ 'ਚ ਬੜੀਆਂ ਖਹਿੰਦੀਆਂ ਇੱਕ ਦੂਜੀ ਨੂੰ, ਇਹ ਫਲਾਣੀ ਜਥੇਬੰਦੀ ਦਾ, ਇਹ ਫਲਾਣੀ ਸੁਸਾਇਟੀ ਦਾ, ਇਹ ਫਲਾਣੀ ਦਾ। ਇਹ ਬੜੀ ਦਿੱਕਤ ਹੈ। ਮੈਂ ਇੱਕ ਬੇਨਤੀ ਕੀਤੀ ਵੀ ਮੇਰਾ ਇੱਕ ਅਨੁਭਵ ਕਹਿੰਦਾ ਵੀ ਸਿੱਖ ਜਦੋਂ ਆਪਸ ਦੂਜਾ ਸਿੱਖ ਕੋਲ ਬੈਠਾ, ਉਹਨੂੰ ਪੁੱਛੇਗਾ ਵੀ ਤੂੰ ਕਿਹੜੀ ਜਥੇਬੰਦੀ ਦਾ, ਕਿਹੜੀ ਸੰਪਰਦਾ ਦਾ, ਅਤੇ ਜੇ ਥੋੜ੍ਹਾ ਜਿਹਾ ਫਰਕ ਹੋਏ ਤਾਂ ਫਿਰ ਮੋਢਾ ਜਿਹਾ ਵੱਟ ਲੈਂਦਾ, ਥੋੜ੍ਹਾ ਜਿਹਾ ਫਰਕ ਕਰਦਾ। ਪਰ ਜੇ ਦੇਖਿਆ ਜਾਏ ਉਹਦੇ ਹੀ ਗੁਆਂਢ 'ਚ ਮੁਸਲਮਾਨ ਵੀ ਰਹਿੰਦੇ ਆ, ਈਸਾਈ ਵੀ ਰਹਿੰਦੇ, ਉਹਨਾਂ ਤੋਂ ਕੋਈ ਦੁੱਖ ਨਹੀਂ ਹੁੰਦਾ। ਇਹ ਸਾਡੀ ਇੱਕ ਕਮਜ਼ੋਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਇਹਨਾਂ ਚੀਜ਼ਾਂ ਨੂੰ ਕੱਢਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਡੀ ਨਜ਼ਰ ਨੂੰ ਉੱਚਾ ਕਰਦੀ ਹੈ। ਮਹਾਰਾਜ ਤਾਂ ਇੰਨਾ ਉੱਚਾ ਕਲਾਵਾ ਕਰ ਦਿੰਦੇ ਨੇ ਸਿੱਖ ਦਾ ਵੀ ਕੁੱਲ ਦੁਨੀਆ ਉਹਦੇ ਜੱਫੇ 'ਚ ਆ ਸਕਦੀ ਹੈ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਇੰਨੀ ਮਹਾਰਾਜ ਦੀ ਵਿਸ਼ਾਲ ਦ੍ਰਿਸ਼ਟੀ ਹੈ।
ਸੋ ਗੁਰੂ ਸਾਹਿਬ ਔਰੰਗਜ਼ੇਬ ਨੂੰ ਕੋਈ ਵੈਰ ਭਾਵਨਾ ਨਾਲ ਨਹੀਂ ਲਿਖ ਰਹੇ, ਉਹਨੂੰ ਇੱਕ ਇਨਸਾਨ ਦੇ ਨਾਤੇ ਸਮਝਾ ਰਹੇ ਵੀ ਇਨਸਾਨ ਬਣ, ਬੰਦਾ ਬਣ। ਬੰਦੇ ਨੂੰ ਬੰਦਾ ਬਣਾਉਣਾ ਹੀ ਸਤਿਗੁਰਾਂ ਦਾ ਪਰਪਸ ਹੈ, ਉਹਨਾਂ ਦਾ ਆਉਣ ਦਾ ਮਨੋਰਥ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਹਿਲਾਂ ਅਕਾਲ ਪੁਰਖ ਦੀ ਉਸਤਤ ਕਹਿੰਦੇ, ਔਰੰਗਜ਼ੇਬ ਜਿਸ ਵਾਹਿਗੁਰੂ ਨੇ ਤੈਨੂੰ ਰਾਜ ਤਾਜ ਦਿੱਤਾ ਉਹ ਬਹੁਤ ਵੱਡਾ ਬਾਦਸ਼ਾਹ ਹੈ। ਆਓ ਸਰਵਣ ਕਰੀਏ, ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਹਿਨਸ਼ਾਹੀ ਖੂਬੀ ਦਿਹੋ ਰਹਿਨ ਮੂੰ। ਮਹਾਰਾਜ ਕਹਿੰਦੇ ਉਹ ਪਰਮਾਤਮਾ ਵਾਹਿਗੁਰੂ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੈ, ਰਾਜਿਆਂ ਦਾ ਰਾਜਾ ਹੈ, ਬਾਦਸ਼ਾਹ ਦਾ ਬਾਦਸ਼ਾਹ ਹੈ। ਉਹਦੇ ਵਰਗਾ ਪਾਤਸ਼ਾਹ ਕੋਈ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਸ਼ਾਹਿਨਸ਼ਾਹੇ ਸ਼ਾਹਾਂ ਦਾ ਸ਼ਾਹ, ਸ਼ਾਹੇ ਸ਼ਾਹਾਨ ਗਣਿਜੈ। ਜਿੰਨੇ ਸੰਸਾਰ ਦੇ ਰਾਜੇ ਹਨ, ਬਾਦਸ਼ਾਹ ਹਨ, ਚੱਕਰਵਰਤੀ ਸਮਰਾਟ ਹਨ, ਉਸ ਅਕਾਲ ਪੁਰਖ ਦੇ ਬਣਾਏ ਹੋਏ ਹਨ। ਉਹਦੇ ਸਮਾਨ ਕੋਈ ਰਾਜਾ ਨਹੀਂ, ਕੋਈ ਹਰ ਸਮਾਨ ਨਹੀਂ ਰਾਜਾ। ਹਰੀ ਦੇ ਸਮਾਨ ਕੋਈ ਰਾਜਾ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਜਿਹੜੇ 4 ਦਿਨ ਦੇ ਬਾਦਸ਼ਾਹ ਨੇ, ਇਹ ਝੂਠਾ ਪਰਪੰਚ ਪਸਾਰਾ ਕਰਕੇ ਚਲੇ ਜਾਣਗੇ, ਪਰ ਉਹ ਬਾਦਸ਼ਾਹ ਸਦਾ ਹੀ ਰਹੇ। ਖੂਬੀ ਦੇਣ ਵਾਲਾ ਹੈ, ਖੂਬੀਆਂ ਦਾ, ਗੁਣਾਂ ਦਾ ਭੰਡਾਰ ਹੈ। ਜਿੰਨੇ ਉਹਦੇ 'ਚ ਗੁਣ ਹਨ, ਆ ਜਿਹੜੀ ਸਕਰੀਨ ਹੈ ਨਾ, ਸਾਰਿਆਂ ਦਾ ਧਿਆਨ ਜਾਂ ਤਾਂ ਉੱਧਰ ਹੀ ਵੇਖ ਲਓ ਸਾਰੇ, ਤੇ ਜਾਂ ਕਥਾ ਸੁਣ ਲਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੇਰਾ ਖਿਆਲ ਹੈ ਵੀ ਆਪਾਂ ਨੂੰ ਮੀਡੀਆ ਬਹੁਤਾ ਖਰਾਬ ਕਰਨ ਲੱਗ ਪਿਆ ਖਾਲਸਾ ਜੀ। ਮੀਡੀਆ ਵੱਲ ਨਾ ਧਿਆਨ ਦਿਆ ਕਰੋ, ਆਪਣੇ ਗੁਰੂ ਸਾਹਿਬ ਦੀ ਬਾਣੀ ਵੱਲ ਧਿਆਨ ਦਿਓ। ਜਦੋਂ ਤੁਸੀਂ ਉੱਧਰ ਦੇਖਦੇ ਹੋ, ਸਾਡਾ ਧਿਆਨ ਫਿਰ ਉੱਧਰ ਪਿੱਛੇ ਹੀ ਜਾਂਦਾ ਵੀ ਪਿੱਛੇ ਕੀ ਹੈ। ਸੋ ਰਹੋ ਵਿਚਾਰ। ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਖੂਬੀਆਂ ਦੇਣ ਵਾਲਾ ਹੈ ਤੇ ਰਹਿਨੁਮਾ, ਉਹ ਸਾਰਿਆਂ ਨੂੰ ਰਾਹ ਦਿਖਾਉਣ ਵਾਲਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰਹਿਨੁਮਾਈ ਕਰਦਾ ਹੈ, ਰਾਹ ਦੱਸਦਾ ਹੈ, ਮਾਰਗ ਦਰਸ਼ਕ ਹੈ ਵਾਹਿਗੁਰੂ। ਹਾਂਜੀ। ਕੇ ਬੇਗੁਣੋ ਬੇਚੂੰ ਚੂ ਬੇਨਮੂ। ਉਹ ਵਾਹਿਗੁਰੂ ਅਕਾਲ ਪੁਰਖ ਰੰਗ ਰੂਪ ਚੱਕਰ ਚਿਹਨ ਜਾਤ ਪਾਤ ਨਸਲ ਦੇ ਭੇਦ ਤੋਂ ਵੱਖਰਾ ਹੈ। ਕਾਲਾ ਹੈ, ਗੋਰਾ ਹੈ, ਚਿੱਟਾ ਹੈ, ਨੀਲਾ ਹੈ, ਪੀਲਾ ਹੈ, ਇਹ ਕੁਛ ਨਹੀਂ ਕਹਿ ਸਕਦੇ। ਉਹਦਾ ਰੂਪ ਬੰਦੇ ਵਰਗਾ ਹੈ ਜਾਂ ਕਿਸੇ ਜਾਨਵਰ ਵਰਗਾ ਹੈ, ਕਿਸੇ ਪਸ਼ੂ ਵਰਗਾ ਹੈ, ਕਿਸੇ ਪੰਛੀ ਵਰਗਾ ਹੈ, ਇਹ ਵੀ ਨਹੀਂ ਕਹਿ ਸਕਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂ? ਉਹ ਕਿਸੇ ਸਰੀਰ ਵਿੱਚ ਨਹੀਂ, ਕਿਸੇ ਸਰੀਰ ਦਾ ਮੁਤਾਜ ਨਹੀਂ। ਉਹ ਨਾ ਹਿੰਦੂਆਂ ਵਾਲਾ ਰੂਪ ਹੈ, ਨਾ ਮੁਸਲਮਾਨਾਂ ਵਾਲਾ ਰੂਪ ਹੈ। ਕਿ ਬੇਗੂਨ ਬੇਚੂਨ ਚੂੰ ਬੇਨਮੂ। ਵਾਹਿਗੁਰੂ ਪਰਮਾਤਮਾ ਬੇਨਮੂ ਬੇਨਮੂਨਾ ਹੈ। ਉਹਦੇ ਵਰਗਾ ਕੋਈ ਦੂਜਾ ਨਮੂਨਾ ਪੇਸ਼ ਨਹੀਂ ਕਰ ਸਕਦੇ। ਨਮੂਨਾ ਹੁੰਦਾ ਨਾ, ਕੋਈ ਬੰਦਾ ਪੁੱਛੇ ਵੀ ਫਲਾਣੀ ਚੀਜ਼ ਕਿੱਦਾਂ ਦੀ ਹੈ, ਮੈਨੂੰ ਪਹਿਲਾਂ ਉਹਦਾ ਨਮੂਨਾ ਦਿਖਾਓ, ਸੈਂਪਲ ਦਿਖਾਓ। ਦਿਖਾਈ ਦਾ, ਉਹ ਕਹਿੰਦਾ ਠੀਕ ਹੈ, ਚੀਜ਼ ਮੈਨੂੰ ਪਸੰਦ ਆ ਗਈ। ਹਰ ਚੀਜ਼ ਦਾ ਨਮੂਨਾ ਬਣਦਾ। ਬਿਲਡਿੰਗਾਂ ਦੇ ਨਮੂਨੇ ਨਕਸ਼ੇ ਬਣਦੇ ਹਨ, ਸ਼ਹਿਰਾਂ ਦੇ ਨਕਸ਼ੇ ਬਣਦੇ ਆ, ਨਮੂਨੇ ਬਣਦੇ ਨੇ, ਇੱਦਾਂ ਦਾ ਬਣ ਜਾਵੇ। ਵਸਤੂਆਂ ਦੇ ਨਮੂਨੇ ਬਣਦੇ ਹਨ, ਪਰ ਅਕਾਲ ਪੁਰਖ ਪਰਮੇਸ਼ਰ ਦਾ ਨਮੂਨਾ ਕੋਈ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿ ਬੇਗੂਨੋ ਬੇਚੂੰ ਚੂੰ ਬੇਨਮੂ। ਵਾਹਿਗੁਰੂ ਰੂਪ ਰੰਗ ਰੇਖ ਭੇਖ ਤੋਂ ਰਹਿਤ ਹੈ। ਨਾ ਉਹਦਾ ਕੋਈ ਰੂਪ ਦੱਸ ਸਕਦਾ ਵੀ ਉਹ ਕਿੱਦਾਂ ਦਾ ਹੈ, ਸੋਹਣਾ ਕਿੰਨਾ ਹੈ, ਉਹ ਕਾਲਾ ਹੈ, ਗੋਰਾ ਹੈ, ਔਰ ਉਹਦੀ ਜਾਤ ਪਾਤ ਕੀ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਦੇ। ਹਾਂਜੀ। ਨਾ ਸਾਜੋ ਨਾ ਬਾਜੋ ਨਾ ਭੋਜੋ ਨਾ ਫਰਸ਼। ਔਰੰਗਜ਼ੇਬ ਉਹ ਐਸਾ ਬਾਦਸ਼ਾਹ ਹੈ, ਉਹਦੇ ਕੋਲ ਨਾ ਕੋਈ ਸਾਜੋ ਸਮਾਨ ਹੈ, ਨਾ ਉਹਦੇ ਕੋਲ ਬਾਜ਼ੋ ਵਧੀਆ ਘੋੜੇ ਹਨ,
ਤੇ ਨਾ ਉਹਦੇ ਕੋਲ ਬਹੁਤੀਆਂ ਫੌਜਾਂ ਹਨ, ਲਸ਼ਕਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਿਆਨ ਦੇਣ ਵਾਲਾ ਨੁਕਤਾ ਕਹਿ ਰਹੇ ਆ ਮਹਾਰਾਜ। ਅਕਾਲ ਪੁਰਖ ਦੇ ਕੋਲ ਨਾ ਕੋਈ ਬਹੁਤਾ ਸਾਜੋ ਸਮਾਨ ਹੈ, ਨਾ ਉਹਦੇ ਕੋਲ ਬਹੁਤ ਕੀਮਤੀ ਘੋੜੇ ਹਨ। ਘੋੜੇ ਨਹੀਂ ਰੱਖਦਾ, ਸਾਜੋ ਸਮਾਨ ਜੰਗੀ ਨਹੀਂ। ਬਾਦਸ਼ਾਹ ਕੋਲ ਕੀ ਹੁੰਦਾ ਹੈ? ਸਤਿਕਾਰਯੋਗ ਸਿੰਘ ਸਾਹਿਬ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਪਹੁੰਚ ਚੁੱਕੇ ਹਨ। 5 ਮਿੰਟ ਦਾਸ ਨੇ ਹਾਜ਼ਰੀ ਭਰਨੀ ਹੈ, ਫਿਰ ਆਪਾਂ ਮਹਾਂਪੁਰਸ਼ਾਂ ਕੋਲੋਂ ਕੀਰਤਨ ਸਰਵਣ ਕਰਨਾ ਹੈ। ਅੰਮ੍ਰਿਤਮਈ ਬਾਣੀ ਦੀ ਵਰਖਾ ਕਰਨਗੇ। ਜੀ ਆਇਆਂ ਨੂੰ ਮਹਾਂਪੁਰਸ਼ਾਂ ਨੂੰ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਆਮ ਬਾਦਸ਼ਾਹਾਂ 'ਚ ਕੀ ਫਰਕ ਹੈ? ਬਾਦਸ਼ਾਹਾਂ ਕੋਲ ਸਾਜ ਸਮਾਨ ਵੀ ਬੜਾ ਹੁੰਦਾ, ਘੋੜੇ ਵੀ ਬੜੇ ਹੁੰਦੇ ਨੇ, ਫੌਜਾਂ ਲਾਓ, ਲਸ਼ਕਰ ਸੈਨਾ ਬਹੁਤ ਹੁੰਦੀ, ਮਿਲਟਰੀ ਬਹੁਤ ਹੁੰਦੀ ਹੈ। ਅਤੇ ਬਾਦਸ਼ਾਹ ਕੋਲ ਬੜੇ ਬੜੇ ਸੋਹਣੇ ਕਾਲੀਨ ਗਲੀਚੇ ਅਤੇ ਬੜੇ ਬੜੇ ਸੋਹਣੇ ਮਹਿਲ ਅਤੇ ਬੜੇ ਬੜੇ ਸਾਜੋ ਸਮਾਨ ਹੁੰਦੇ ਨੇ, ਕਿਲੇ ਹੁੰਦੇ ਨੇ, ਖਜ਼ਾਨੇ ਹੁੰਦੇ ਨੇ। ਅਕਾਲ ਪੁਰਖ ਐਸਾ ਬਾਦਸ਼ਾਹ ਹੈ, ਉਹਦੇ ਕੋਲ ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼। ਇੱਦਾਂ ਦਾ ਕੋਈ ਅਡੰਬਰ ਨਹੀਂ ਹੈ। ਹਾਂਜੀ। ਖੁਦਾਵੰਦ ਬਖਸ਼ਿੰਦੈ ਐਸ਼ ਅਰਸ਼। ਪਰ ਔਰੰਗਜ਼ੇਬ ਤੇਰੇ ਨਾਲੋਂ ਬਹੁਤ ਵੱਡਾ ਉਹ। ਤੇਰੇ ਕੋਲ ਫੌਜਾਂ ਹਨ, ਤੇਰੇ ਕੋਲ ਲਾਓ ਲਸ਼ਕਰ ਹਨ, ਘੋੜੇ ਹਨ, ਹਾਥੀ ਹਨ, ਪੈਸਾ ਹੈ, ਖਜ਼ਾਨੇ ਹਨ। ਪਰ ਤੇਰੇ ਵਰਗੇ ਬਾਦਸ਼ਾਹਾਂ ਨੂੰ ਮਿੰਟ ਵਿੱਚ ਥਾਪ ਦੇਣ ਵਾਲਾ ਅਤੇ ਮਿੰਟ 'ਚੋਂ ਥਾਪ ਦੇਣ ਵਾਲਾ ਉਹ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਖਿਨ ਦੇ ਵਿੱਚ ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਐਸਾ ਉਹ ਸੱਚਾ ਪਾਤਸ਼ਾਹ ਦੋਹਾਂ ਜਹਾਨਾਂ ਦਾ ਮਾਲਕ ਹੈ। ਬਾਦਸ਼ਾਹ ਜਹਾਂਗੀਰ ਨੇ ਪੁੱਛਿਆ ਸੀ, ਗੁਰੂ ਹਰਗੋਬਿੰਦ ਸਾਹਿਬ ਤੁਹਾਨੂੰ ਲੋਕ ਸੱਚਾ ਪਾਤਸ਼ਾਹ ਕਹਿੰਦੇ ਆ, ਮੈਂ ਇੰਨੇ ਵੱਡੇ ਮੁਲਕ ਦਾ ਮਾਲਕ ਹਾਂ, ਮੈਨੂੰ ਤਾਂ ਕਦੀ ਕਿਸੇ ਨੇ ਸੱਚਾ ਪਾਤਸ਼ਾਹ ਨਹੀਂ ਕਿਹਾ। ਇਹਦਾ ਕੀ ਕਾਰਨ ਹੈ? ਕਿਉਂਕਿ ਕੰਨ ਭਰਨ ਵਾਲੇ ਬਾਦਸ਼ਾਹ ਦੇ ਰੋਜ਼ ਕੰਨ ਭਰਦੇ ਸੀ। ਦੇਖੋ ਜੀ, ਤੁਸੀਂ ਬਾਦਸ਼ਾਹ ਤੁਹਾਡੇ ਹੁੰਦਿਆਂ ਸੱਚਾ ਪਾਤਸ਼ਾਹ ਕਹਾਉਂਦਾ ਗੁਰੂ। ਗਵਾਲੀਅਰ ਅਤੇ ਆਗਰੇ ਦੇ ਵਿਚਕਾਰ ਧੌਲਪੁਰ ਦਾ ਸਥਾਨ ਹੈ, ਮੱਛਕੁੰਡ ਤੀਰਥ ਹੈ। ਉੱਥੇ ਗੁਰੂ ਸਾਹਿਬ 6ਵੇਂ ਪਾਤਸ਼ਾਹ ਅਤੇ ਔਰ ਜਹਾਂਗੀਰ ਇਕੱਠੇ ਸ਼ਿਕਾਰ ਖੇਡਣ ਗਏ ਸਨ। ਸ਼ੇਰ ਦਾ ਸ਼ਿਕਾਰ ਵੀ ਉੱਥੇ ਕੀਤਾ ਮਹਾਰਾਜ ਨੇ। ਅੱਜ ਕੱਲ੍ਹ ਉੱਥੇ ਗੁਰਦੁਆਰਾ ਬਣ ਚੁੱਕਾ, ਬਹੁਤ ਮਹਾਂਪੁਰਸ਼ ਬਾਬਾ ਜੀ ਸੇਵਾ ਕਰਾਉਂਦੇ ਉੱਥੇ, ਬਾਬਾ ਠਾਕਰ ਸਿੰਘ ਜੀ। ਸੋ ਸਾਧ ਸੰਗਤ ਜੀ, ਉੱਥੇ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਸਮਾਂ ਆਵੇਗਾ, ਪਤਾ ਲੱਗ ਜਾਏਗਾ। ਇੱਕ ਘਾਈ ਘਾਹ ਵੇਚ ਕੇ 1 ਟਕਾ ਕਮਾਇਆ ਉਹਨੇ। ਪੁੱਛਦਾ ਪਛਾਣਦਾ ਵੀ ਸੱਚੇ ਪਾਤਸ਼ਾਹ ਦਾ ਤੰਬੂ ਕਿਹੜਾ? ਬਾਦਸ਼ਾਹੀ ਫੌਜਾਂ ਤੇ ਗੁਰੂ ਸਾਹਿਬ ਤੇ ਬਾਦਸ਼ਾਹ ਇਕੱਠੇ ਉਤਰੇ ਹੋਏ ਸਨ। ਸਿਪਾਹੀਆਂ ਨੇ ਸਮਝਿਆ ਬਾਦਸ਼ਾਹ ਨੂੰ ਮਿਲਣਾ ਚਾਹੁੰਦਾ, ਉਹਨਾਂ ਨੇ ਬਾਦਸ਼ਾਹ ਜਹਾਂਗੀਰ ਦੇ ਤੰਬੂ 'ਚ ਵਾੜ ਦਿੱਤਾ। ਸਿੱਖ ਗਿਆ, ਉਹਨੇ ਪਹਿਲੀ ਵਾਰ ਦਰਸ਼ਨ ਕਰਨੇ ਸਨ, ਉਹਨੂੰ ਪਤਾ ਨਹੀਂ ਸੀ ਗੁਰੂ ਸਾਹਿਬ ਦੇ ਸਰੂਪ ਦਾ। ਬਾਦਸ਼ਾਹ ਅੱਗੇ ਟਕਾ ਰੱਖ ਕੇ ਗਲ ਪੱਲਾ ਪਾ ਰਿਹਾ, ਅਰਦਾਸ ਕਰਨ ਲੱਗਾ, ਹੇ ਸੱਚੇ ਪਾਤਸ਼ਾਹ, ਹੇ ਦੇਨ ਦੁਨੀਆ ਦੇ ਮਾਲਕ, ਕਿਰਪਾ ਕਰਿਆ ਜੇ, ਮੇਰੀ ਪਰਲੋਕ ਵਿੱਚ ਸਹਾਇਤਾ ਕਰਿਆ ਜੇ। ਜਹਾਂਗੀਰ ਉਹਦੇ ਵੱਲ ਦੇਖਦਾ, ਕਦੀ ਟਕੇ ਵੱਲ ਦੇਖਦਾ, ਕਦੀ ਉਹਦੀ ਸ਼ਰਧਾ ਵੱਲ ਦੇਖਦਾ, ਕਦੀ ਉਹਦੇ ਬੋਲਾਂ ਨੂੰ ਸੁਣਦਾ ਅਤੇ ਮਹਿਸੂਸ ਕਰ ਰਿਹਾ ਸਾਰੀ ਗੱਲ। ਸਿਆਣਾ ਸੀ, ਬਾਦਸ਼ਾਹ ਸੀ ਅਕਸਰ ਨੂੰ। ਕਹਿਣ ਲੱਗਾ, ਜਦੋਂ ਉਹਨੇ ਸਿੱਖ ਨੇ ਅਰਦਾਸ ਪੂਰੀ ਕਰ ਲਈ, ਜਹਾਂਗੀਰ ਕਹਿਣ ਲੱਗਾ, ਭਾਈ ਸਿੱਖਾ ਗਲਤ ਜਗ੍ਹਾ 'ਤੇ ਆ ਗਿਆ। ਸੱਚੇ ਪਾਤਸ਼ਾਹ ਮੈਂ ਨਹੀਂ ਹਾਂ, ਸੱਚੇ ਪਾਤਸ਼ਾਹ ਨਾਲ ਦੇ ਤੰਬੂ 'ਚ ਬੈਠੇ ਹੈ। ਹੁਣ ਆਪਣੇ ਮੂੰਹ ਤੋਂ ਕਹਿ ਰਿਹਾ, ਪਹਿਲਾਂ ਤਾਂ ਭੁਲੇਖਾ ਸੀ ਵੀ ਇਹ ਸੱਚੇ ਪਾਤਸ਼ਾਹ ਕਿਉਂ ਕਹਾਉਂਦੇ ਨੇ। ਕਹਿਣ ਲੱਗਾ, ਸਿੱਖਾ ਤੇਰੀ ਸਹਾਇਤਾ ਕਰ ਸਕਦਾ, ਜਿੱਥੋਂ ਤੱਕ ਮੇਰਾ ਰਾਜ ਹੈ, ਜਗੀਰਾਂ ਦੇ ਸਕਦਾ। ਬੜੀ ਵੱਡੀ ਤੈਨੂੰ ਮੈਂ ਜਗੀਰ ਦੇ ਕੇ ਚੰਗਾ ਅਮੀਰ ਬਣਾ ਸਕਦਾ।
ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਤੇਰੀ ਜ਼ਿੰਮੇਵਾਰੀ ਲੈ ਸਕਦਾ, ਜਿੰਨਾ ਚਿਰ ਤੂੰ ਜਿਉਂਦਾ ਉਹਨਾਂ ਚਿਰ ਤੇਰੀ ਜ਼ਿੰਮੇਵਾਰੀ ਲੈ ਸਕਦਾ। ਅੱਗੇ ਦੀ ਮੇਰੀ ਆਪਣੀ ਗਰੰਟੀ ਮੈਨੂੰ ਕੋਈ ਨਹੀਂ, ਮੇਰੇ ਨਾਲ ਕੀ ਬਣਨਾ ਉੱਥੇ ਉਸ ਦਰਗਾਹ ਵਿੱਚ, ਮੇਰੇ ਨਾਲ ਕੀ ਹੋਣਾ ਮੈਨੂੰ ਨਹੀਂ ਪਤਾ, ਤੇਰੀ ਮੈਂ ਕੀ ਸਹਾਇਤਾ ਕਰਾਂਗਾ। ਉੱਥੇ ਮੇਰਾ ਜ਼ੋਰ ਨਹੀਂ ਚੱਲਦਾ, ਜਿਨ੍ਹਾਂ ਦਾ ਜ਼ੋਰ ਉੱਥੇ ਚੱਲਦਾ ਉਹ ਨਾਲ ਦੇ ਤੰਬੂ 'ਚ ਬੈਠੇ ਹਨ। ਸਿੱਖ ਨੇ ਟਕਾ ਚੁੱਕ ਲਿਆ ਤੇ ਬਾਹਰ ਆ ਗਿਆ, ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਸੱਚੇ ਪਾਤਸ਼ਾਹ ਤੇ ਝੂਠੇ ਪਾਤਸ਼ਾਹ ਦਾ ਫਰਕ ਭਾਈ ਗੁਰਦਾਸ ਜੀ ਆਪਣੀ ਵਾਰਾਂ ਵਿੱਚ ਲਿਖਦੇ। ਸਤਿਗੁਰ ਸੱਚਾ ਪਾਤਸ਼ਾਹ, ਕੂੜੇ ਪਾਤਸ਼ਾਹ ਦੁਨੀਆਵੇ। ਸਤਿਗੁਰ ਨਾਥਾ ਨਾਥ ਹੈ, ਹੋਏ ਨੋ ਨਾਥ ਅਨਾਥ ਨਿਥਾਵੇ। ਅਕਾਲ ਪੁਰਖ ਸੱਚਾ ਪਾਤਸ਼ਾਹ ਹੈ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾ ਵੰਦ ਬਖਸ਼ਿੰਦੇ ਐਸ਼ ਅਰਸ਼। ਉਹ ਅਰਸ਼ ਦੀਆਂ ਬਾਦਸ਼ਾਹੀਆਂ ਦੇ ਦਿੰਦਾ ਹੈ, ਉਹ ਬੰਦੇ ਨੂੰ ਇਸ ਫਰਸ਼ ਤੋਂ ਚੁੱਕ ਕੇ ਅਰਸ਼ ਦੀ ਸੈਰ ਕਰਾ ਦਿੰਦਾ ਹੈ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾ, ਉਹਦਾ ਬਹੁਤ ਵੱਡਾ ਬਾਦਸ਼ਾਹ ਹੈ। ਗੁਰੂ ਕਲਗੀਧਰ ਔਰੰਗਜ਼ੇਬ ਦੇ ਕੰਨ ਖੋਲ੍ਹੀ ਜਾ ਰਹੇ ਹੈ ਪਰਮੇਸ਼ਰ ਦੀਆਂ ਸਿਫਤਾਂ ਦੱਸ ਕੇ। ਅੱਗੇ ਮਹਾਰਾਜ ਨੇ ਆਪਣੀ ਦਾਸਤਾਨ ਬਿਆਨ ਕਰਨੀ ਹੈ। ਬਹੁਤ ਧੰਨਵਾਦ ਆਪ ਜੀ ਦਾ, ਆਪ ਜੀ ਪਿਆਰ ਨਾਲ ਸਰਵਣ ਕਰਦੇ ਹੋ। ਸੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਜਿਨ੍ਹਾਂ 'ਤੇ ਬਹੁਤ ਹੀ ਕਿਰਪਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਅੱਜ ਇੱਥੇ ਦਰਸ਼ਨ ਹੋਏ ਨੇ। ਮਹਾਂਪੁਰਸ਼ਾਂ ਤੋਂ ਕੀਰਤਨ ਸਰਵਣ ਕਰਨਾ ਹੈ, ਦਾਸ ਖਿਮਾ ਦਾ ਜਾਚਕ ਹੈ। ਆਓ ਸਮਾਪਤੀ ਕਰੀਏ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।